ਵੈਲਕਮ ਟੂ ਖੰਨਾ ਨਿਊਜ਼ ਲਾਈਵ। ਜ਼ਿਲ੍ਹਾ ਪੁਲਿਸ ਨੇ ਸਬ ਡਿਵੀਜ਼ਨ ਅਮਲੋਹ ਵਿਖੇ ਲੁੱਟਾਂ ਖੋਹਾਂ, ਚੋਰੀਆਂ ਅਤੇ ਅਗਵਾ ਕਰਕੇ ਕਤਲ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ 9 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਭਾਰੀ ਮਾਤਰਾ ਵਿੱਚ ਚੋਰੀ ਦਾ ਸਮਾਨ ਬਰਾਮਦ ਕੀਤਾ ਹੈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸਪੀ ਰਾਕੇਸ਼ ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀਐਸਪੀ ਗੁਰਬੰਸ ਸਿੰਘ ਬੈਂਸ, ਡੀਐਸਪੀ ਅਮਲੋਹ ਹਰਪਿੰਦਰ ਕੌਰ ਗਿੱਲ ਦੀ ਅਗਵਾਈ ਹੇਠ ਇੱਕ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸ ਦੀ ਅਗਵਾਈ ਵਿੱਚ ਮੁੱਖ ਥਾਣਾ ਅਫਸਰ ਅਮਲੋਹ ਐਸਆਈ ਸਾਹਿਬ ਸਿੰਘ ਦੀ ਪੁਲਿਸ ਪਾਰਟੀ ਨੇ ਵੱਖ-ਵੱਖ ਲੁੱਟਾਂ ਖੋਹਾਂ, ਚੋਰੀਆਂ ਅਤੇ ਅਗਵਾ ਕਰਕੇ ਕਤਲ ਕਰਨ ਦੇ ਘਿਨੌਣੇ ਜ਼ੁਲਮ ਕਰਨ ਵਾਲੇ ਗਰੋਹ ਦੇ 9 ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਇਸ ਮੌਕੇ ਰਾਕੇਸ਼ ਯਾਦਵ ਨੇ ਦੱਸਿਆ ਕਿ ਥਾਣਾ ਅਮਲੋਹ ਦੀ ਪੁੱਛਗਿੱਛ ਤੇ ਇਹ ਗੱਲ ਸਾਹਮਣੇ ਆਈ ਸੀ ਕਿ ਗੁਰਦੀਪ ਸਿੰਘ ਨੇ ਹਰਦੇਵ ਸਿੰਘ ਵਾਸੀ ਸੌਂਟੀ, ਸੁਖਵਿੰਦਰ ਸਿੰਘ ਵਾਸੀ ਪਿੰਡ ਨਰਾਇਣਗੜ੍ਹ, ਕਰਨਵੀਰ ਸਿੰਘ ਨਾਲ ਮਿਲ ਕੇ 25 ਜੁਲਾਈ ਨੂੰ ਛੋਟਾ ਹਾਥੀ ਖੰਨਾ ਤੋਂ ਡਰਾਈਵਰ ਸਮੇਤ ਲੁੱਟ ਕਰਨ ਦੀ ਨੀਅਤ ਨਾਲ ਅਗਵਾ ਕਰਕੇ ਲੈ ਗਏ ਸਨ। ਉਸੇ ਦਿਨ ਗੱਡੀ ਲੁੱਟਣ ਤੋਂ ਬਾਅਦ ਡਰਾਈਵਰ ਹਰੀਸ਼ ਵਾਸੀ ਦਿੱਲੀ ਦਾ ਕਤਲ ਕਰਕੇ ਲਾਸ਼ ਪਾਖੜਾ ਨਹਿਰ ਵਿੱਚ ਸੁੱਟ ਦਿੱਤੀ ਗਈ ਸੀ। ਮ੍ਰਿਤਕ ਹਰੀਸ਼ ਦੀ ਲਾਸ਼ ਨੂੰ ਨਹਿਰ ਵਿੱਚੋਂ ਕੱਢਣ ਉਪਰੰਤ ਅਮਲੋਹ ਪੁਲਿਸ ਨੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਸੀ। ਉਹਨਾਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਹੋਰ ਡੂੰਘਾਈ ਨਾਲ ਜਾਂਚ ਕਰਦੇ ਹੋਏ ਮੁਕੱਦਮੇ ਵਿੱਚ ਉਸਦੇ ਸਾਥੀਆਂ ਹਰਦੇਵ ਸਿੰਘ ਉਰਫ ਵਿੱਕੀ ਵਾਸੀ ਸੌਂਟੀ ਅਤੇ ਸੁਖਵਿੰਦਰ ਸਿੰਘ ਉਰਫ ਜੱਜ ਵਾਸੀ ਨਰਾਇਣਗੜ੍ਹ ਨੂੰ ਸ਼ਾਮਲ ਕਰਕੇ ਪੁਲਿਸ ਰਿਮਾਂਡ ਦੌਰਾਨ ਇਹਨਾਂ ਨੇ ਵੱਖ-ਵੱਖ ਥਾਵਾਂ ਤੇ 1.5 ਦਰਜਨ ਤੋਂ ਵੱਧ ਚੋਰੀਆਂ ਦੀਆਂ ਵਾਰਦਾਤਾਂ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਹਰਪ੍ਰੀਤ ਸਿੰਘ, ਅਮਰਿਤ ਸਿੰਘ ਵਾਸੀ ਪਿੰਡ ਨਰਾਇਣਗੜ੍ਹ, ਅਰਜਨ ਵਾਸੀ ਪਿੰਡ ਮਹਾਰਤ, ਗੁਰਿੰਦਰ ਸਿੰਘ ਵਾਸੀ ਸਾਧੂ ਕਲੋਨੀ ਅਮਲੋਹ ਅਤੇ ਨਿਰਮਲ ਸਿੰਘ ਵਾਸੀ ਨਾਭਾ ਨੂੰ ਗ੍ਰਿਫਤਾਰ ਕਰਕੇ ਉਪਰੋਕਤ ਸਾਰੇ ਦੋਸ਼ੀਆਂ ਨੇ ਰਲ ਕੇ ਕਰੀਬ 3 ਦਰਜਨ ਤੋਂ ਵੱਧ ਲੁੱਟਾਂ ਖੋਹਾਂ ਦੀ ਚੋਰੀਆਂ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਕਥਿਤ ਦੋਸ਼ੀਆਂ ਪਾਸੋਂ ਇੱਕ ਬਲੈਰੋ ਕਾਰ ਜੋ ਕਿ ਚੰਡੀਗੜ੍ਹ ਤੋਂ, ਇੱਕ ਅਲਟੋ ਕਾਰ ਖਰੜ ਤੋਂ, 3 ਛੋਟੇ ਹਾਥੀ ਖੰਨਾ ਲੁਧਿਆਣਾ ਤੋਂ, 11 ਬੁਲਟ ਮੋਟਰਸਾਈਕਲ ਖਰੜ ਤੋਂ, ਇੱਕ ਪਲੈਟੀਨਮ ਮੋਟਰਸਾਈਕਲ ਰਾਜਪੁਰਾ ਤੋਂ, ਟੀਵੀਐਸ ਮੋਟਰਸਾਈਕਲ ਰੇੜੀ ਸਮੇਤ ਜੋ ਕਿ ਜਲਾਲਪੁਰ ਤੋਂ, ਕੱਟੀ ਵੱਡੀ ਹੋਈ ਮਹਿੰਦਰਾ ਪਿਕਅਪ ਗੱਡੀ ਦੇ ਪਾਰਟਸ, ਇੱਕ ਛੋਟਾ ਹਾਥੀ, ਇੰਜਨ ਸਮੇਤ ਹਿੱਸੇ ਵੱਖ-ਵੱਖ ਗੱਡੀਆਂ ਦੇ ਅਤੇ ਇਹ ਫ੍ਰਿਜ ਜੋ ਕਿ ਖਰੜ ਤੋਂ ਚੋਰੀ ਕੀਤਾ ਸੀ। ਇਸ ਦੇ ਨਾਲ ਹੀ ਵੱਡੀ ਖੜੀ ਫ੍ਰਿਜ ਜੋ ਕਿ ਪੈਪਸੀ ਕੰਪਨੀ ਦੀ ਖਰੜ ਤੋਂ ਚੋਰੀ ਕੀਤੀ ਸੀ, ਇੱਕ ਛੋਟਾ ਫ੍ਰਿਜ, ਇੱਕ ਏਸੀ ਅਤੇ ਰਾਮ ਮੰਦਿਰ ਦੇ ਗੋਲਕ ਵਿੱਚੋਂ ਚੋਰੀ ਕੀਤੇ 3000 ਰੁਪਏ ਵੀ ਬਰਾਮਦ ਹੋਏ ਹਨ। ਇਹ ਬੇਸਿਕਲੀ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਤਿਹਗੜ੍ਹ ਸਾਹਿਬ ਪੁਲਿਸ ਜਿਹੜੀ ਹੈ ਉਹ ਕ੍ਰਾਈਮ ਅਤੇ ਕ੍ਰਿਮੀਨਲ ਨੂੰ ਨੱਥ ਪਾਉਣ ਵਾਸਤੇ ਵੱਖ-ਵੱਖ ਕਾਰਵਾਈਆਂ ਕਰਦੀ ਹੈ, ਜਿਸ ਦੇ ਤਹਿਤ ਜ਼ਿਲ੍ਹਾ ਪੁਲਿਸ ਤੇ ਨਾਕੇ ਲਾਏ ਸੀ ਔਰ ਇੱਕ 30/7/2023 ਨੂੰ ਮੁਕੱਦਮਾ ਦਿੱਤਾ ਗਿਆ ਸੀ, ਜਿਸ ਦੀ ਬਰੀਫਿੰਗ ਆਲਰੇਡੀ ਇਸ ਤੋਂ ਪਹਿਲੇ ਕੀਤੀ ਗਈ ਸੀ। ਤੁਹਾਡੇ ਧਿਆਨ 'ਚ ਹੋਣਾ ਹੈ ਜਿਹੜੀ ਇੱਕ ਲੁੱਟ ਖੋਹ ਦੀ ਵਾਰਦਾਤ ਹੋਈ ਸੀ, ਉਸ ਦੇ ਬਾਅਦ ਜ਼ਿਲ੍ਹਾ ਪੁਲਿਸ ਨੇ ਉਸ 'ਤੇ ਕਾਰਵਾਈ ਕਰਦੇ ਹੋਏ ਐਸਐਚਓ ਸਾਹਿਬ ਦੀ ਅਗਵਾਈ ਹੇਠ ਇਹਨਾਂ ਦੀ ਟੀਮ ਨੇ ਬੜਾ ਚੰਗਾ ਕੰਮ ਕੀਤਾ। ਇੱਕ ਘਿਨੌਣਾ ਅਪਰਾਧ ਜਿਹੜਾ ਉਹਨਾਂ ਨੇ ਕੀਤਾ ਸੀ, ਕਤਲ ਦੀ ਕਾਰਵਾਈ ਅਮਲ 'ਚ ਲਾਈ ਸੀ, ਉਸ ਦਾ ਖੁਲਾਸਾ ਕੀਤਾ ਗਿਆ ਸੀ। उसी कार्रवाई को आगे बढ़ाते हुए इन्होंने और डीएसपी साहब की जड़े दिशा निर्देश थे उस पर कार्रवाई की। कार्रवाई करके इन्होंने पता लगाया कि ये जड़ा गैंग सीगा ये इंटर स्टेट जड़ा लुट खो का गैंग है और इन्होंने बहुत सारी वारदातों को अंजाम दिता सी, जिस 7 वारदात जड़ी हैगी वो साडे जिले की है और एसएचओ साहब सिंह उन्होंने टीम ने वो सारी वारदातों का खुलासा किया और इन्हों तो बड़ी हैवी रिकवरी की। रिकवरी की डिटेल प्रैस नोट से तुहानू हैगी, जिस बाइक हैगी, स्कूटी है, मोटरसाइकिल हैगी, कार है और छोटे हाथी है, मोबाइल है, फ्रिज है। सो यहो जी कोई चीज़ नहीं, LCD हैगी। सो इन्होंने मतलब चोरी का कोई थान नहीं छड्डी, कोई चोरी की कोई शायद ही कोई डिस्ट्रिक्ट होना है जिथे इन्होंने वारदात नहीं की थी। सो इस इन्वेस्टिगेशन बड़ा ढंग नाल किया गया। इन्हों का डिजिटल डाटा चेक वर्क होया, इन्हों की पुछगिछ बड़ी तकनीकी ढंग नाल की नाल DSP साहिबान की सुपरविजन सीगी। सो उस करके जड़ी वारदात का खुलासा होया है वो कुल जे असी कहीए तो हुण तक घट्टो घट्ट 2 दर्जन 2.5 दर्जन जो मुकदमे है वो ट्रेस हुए हैं, जिस 7 साडे जिले के है, बाकी मोहाली, रोपड़,
ਸੰਗਰੂਰ, ਲੁਧਿਆਣਾ, ਸੋ ਚੰਡੀਗੜ੍ਹ ਦੇ। ਸੋ ਇਹੋ ਜਿਹੇ ਮਤਲਬ ਜੇ ਅਸੀਂ ਇਸ ਦੇ ਬਾਅਦ ਵੀ ਕਾਰਵਾਈ ਕਰ ਰਹੇ ਨੇ। ਕਿੰਨੇ ਵਿਅਕਤੀ ਫੜੇ ਗਏ ਨੇ? ਟੋਟਲ ਜਿਹੜੀ ਅਰੈਸਟ ਹੈ ਉਹ 2 ਦੀ ਅਰੈਸਟ ਪਹਿਲੇ ਹੋਈ ਸੀ, ਉਸ ਦੇ ਬਾਅਦ 7 ਦੀ ਹੋਈ ਹੈ। ਟੋਟਲ 9 क्रिमिनल फड़े गए। ये मामला कितने दर्ज हुआ है? मामला ये अमलो दर्ज हुआ है, पुलिस स्टेशन अमलो। पहले FIR 104 नंबर दर्ज हुई सी 30/7 ਨੂੰ। ਉਸ ਦੇ ਬਾਅਦ 3/8 ਨੂੰ ਮੁਕੱਦਮਾ ਨੰਬਰ 105 हुआ है, ਜਿਹੜਾ 379B, 379 और 411 IPC ਦੇ ਤਹਿਤ ਹੋਇਆ ਸੀ। ਸਰ ਇਹ ਜਿਹੜੇ ਅਦਾਲਤ ਵਿੱਚ ਪੇਸ਼ ਕਰਕੇ ਕੋਈ ਰਿਮਾਂਡ ਵਗੈਰਾ? ਰਿਮਾਂਡ ਇਹਨਾਂ ਦਾ ਲਿੱਤਾ ਗਿਆ ਸੀ ਜੀ। ਮੈਂ ਉਸ ਵੇਲੇ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਇਹਨਾਂ ਦੀ ਪੁੱਛਗਿੱਛ ਸੀਗੀ ਉਹ ਜਿਵੇਂ ਕਿਉਂਕਿ ਸਾਰੇ ਇਕੱਠੇ ਤੋਂ ਨਹੀਂ ਫੜੇ ਗਏ, ਸੋ ਜਿਵੇਂ ਜਿਸ ਦੀ ਅਰੈਸਟ ਹੁੰਦੀ ਗਈ ਅਸੀਂ ਇਹਨਾਂ ਦਾ ਰਿਮਾਂਡ ਲੈਤੇ ਗਏ ਔਰ ਰਿਮਾਂਡ ਲੈ ਕਰਕੇ ਫਿਰ ਹੋਰ ਅਰੈਸਟ ਉਸ ਹਿਸਾਬ ਨਾਲ ਕੀਤੀ ਗਈ। ਸਰ ਹੋਰ ਵੀ ਹੈਗੇ ਬੰਦੇ ਨਾਲ ਇਹਨਾਂ ਦੇ ਜਿਹੜੇ 9 ਹੋ ਗਏ ਜੀ ਹੁਣ ਤੱਕ, ਉਹ ਤੋਂ ਅੱਗੇ ਹੋਰ ਵੀ ਬੰਦੇ ਹੋ ਸਕਦੇ ਨੇ? ਬਿਲਕੁਲ ਜੀ, ਬਿਲਕੁਲ ਹੋ ਸਕਦੇ ਹਨ। ਹੁਣ ਇਹ ਬਹੁਤ ਹੀ ਬੜਾ ਗੈਂਗ ਸੀਗਾ। ਅਸੀਂ ਕਹਿ ਸਕਦੇ ਹਾਂ ਕਿ ਇਹ ਸਟੇਟ ਦਾ ਸ਼ਾਇਦ ਹੁਣ ਤੱਕ ਜਿਸ ਹਿਸਾਬ ਨਾਲ ਅਸੀਂ ਕਾਰਵਾਈ ਕਰ ਰਹੇ ਸਭ ਤੋਂ ਬੜਾ ਗੈਂਗ ਨਾ ਹੋਵੇ। ਤੇ ਮਾਰੂ ਹਥਿਆਰ ਕੋਈ ਬਰਾਮਦ ਹੋਏ? ਹਥਿਆਰ ਦੇਖੋ, ਇਸ ਤੋਂ ਪਹਿਲੇ ਜਿਹੜੀ ਵਾਰਦਾਤ ਕਰਦੇ ਸੀ ਇੱਕ ਦਾਅ ਦੇ ਨਾਲ ਕੀਤੀ ਗਈ ਸੀ। ਹੁਣ ਜਿਹੜੀ ਵੀ ਇਹ ਕਾਰਵਾਈ ਕਰਦੇ ਇਹ ਬੇਸਿਕਲੀ ਗੈਂਗ ਹੈ ਜਿੱਥੇ 3-4 ਬੰਦੇ ਨਾਲ ਰਲ ਕਰਕੇ ਇਹ ਕਾਰਵਾਈ ਕਰਦੇ। ਇਹਨਾਂ ਦਾ ਮੋਡਲ ਆਪਰੈਂਡੀ ਹੁੰਦਾ ਹੈ ਕਿ ਕਿਸੇ ਨਾ ਕਿਸੇ ਢੰਗ ਨਾਲ ਕੋਈ ਵੇਸ਼ ਬਦਲ ਕੇ ਕੋਈ ਕਿਸੇ ਬੰਦੇ ਨੂੰ ਰੋਕ ਕਰਕੇ ਕੋਈ ਐਲੀਬਾਈ ਲੈ ਕਰਕੇ ਉਹਨਾਂ ਨੂੰ ਰੋਕਦੇ ਨੇ, ਫਿਰ ਉਸ ਤੇ ਕਾਬੂ ਕਰਦੇ ਨੇ। ਇਹ ਮਰਡਰ ਦਾ ਇੱਕ ਕੇਸ ਸਾਹਮਣੇ ਆਇਆ, ਇਸ ਤੋਂ ਪਹਿਲਾਂ ਵੀ ਕੋਈ ਹੋਰ ਮਰਡਰ ਦਾ ਕੇਸ ਸਾਹਮਣੇ ਆਇਆ ਇਹਦੇ ਸੰਬੰਧ ਚ? ਨਹੀਂ, ਹੁਣ ਤੱਕ ਮਰਡਰ ਦਾ ਕੱਲਾ ਇੱਕ ਹੀ ਕੇਸ ਆਇਆ ਸੀ, ਜਿਸ ਦੇ ਬਾਅਦ ਇਹ ਸਾਰੇ ਖੁਲਾਸੇ ਹੋਏ ਸੀ। ਚੋਰੀ ਦੇ ਕਾਫੀ ਆਏ ਹਨ ਔਰ ਚੋਰੀ ਦਾ ਸਾਨੂੰ ਉਮੀਦ ਹੈ ਕਿ ਇਸ ਤੋਂ ਇਲਾਵਾ ਜਿਹੜੇ ਬਚੇ ਹੋਏ ਬੰਦੇ ਨੇ ਜਦੋਂ ਉਹਨਾਂ ਦੀ ਅਰੈਸਟ ਹੋਏਗੀ ਤਾਂ ਚੋਰੀ ਦੀ ਹੋਰ ਵੀ ਵਾਰਦਾਤਾਂ ਸਾਹਮਣੇ ਆ ਸਕਦੀ। ਇਹ ਸਾਰੇ ਕਿੱਥੋਂ ਦੇ ਰਹਿਣ ਵਾਲੇ ਨੇ? ਇਹ ਸਾਰੇ ਜ਼ਿਲ੍ਹਾ ਫਤਿਹਗੜ੍ਹ ਦੇ ਮੈਕਸਿਮਮ ਅਮਲੋਹ ਦੇ ਰਹਿਣ ਵਾਲੇ ਨੇ। ਅਮਲੋਹ ਤੋਂ ਪੱਤਰਕਾਰ ਪਰਮਜੀਤ ਸਿੰਘ ਧੀਮਾਨ ਦੀ ਖਾਸ ਰਿਪੋਰਟ।